गूजरी श्री नामदेव जी की पदे कर पहला एक ओंकार सतगुर प्रसाद। जो राज दें त कमन बढ़ाई, जो भीख मंगावें त क्या घट जाई। राज करेगा खालसा वाले सुन लैण हुणे गुरबाणी दा की राज वास्ते गुरबाणी की कहती है। भगत तां कहते ने जे राज दे मैं लैंदा नहीं, जे तू गल पा दवें मेरे, मैनू हुक्म कर दवें राज करना पऊ तैनू, राज दे दवें जे कमन बढ़ाई। तो की मेरी काहदी वडियाई है, मैनू कोई नहीं फर्क पैंदा हैगा राज ना। मैनू राज दिते ते कोई बड़ा मैं अपने आप नू महसूस करना। जो भीख मंगावें तो क्या घट जे जाई। मैं तो भीख मंगा लेंगा सारी जिंदगी तां भी मेरा कुछ नहीं घटना। एक भगत है तेरा, वो भीख मंगदा है, राज करदा है, तैनू होऊगा ਉਹਦਾ फर्क, तैनू पऊ। हर के भगत भीख मंगते ने, हर नू होऊगा। फलाने दे मुंडे मंगते फिरदे ने गलियां च, ਜਿਹਦੇ ਮੁੰਡੇ ਨੇ ਉਹਨੂੰ ਹੋਊਗਾ ਹਦਕ, ਜਿਹਦੇ ਭਗਤਾਂ ਉਹਨੂੰ ਉਹਦੀ ਹਦਕ ਹੋਊ, ਬੇਇੱਜ਼ਤੀ ਹੋਊ। ਸਾਡੀ ਕਾਹਦੀ ਹਦਕ ਹੈ? ਹਦਕ ਹੈ ਖਾਨਦਾਨ ਦੀ। ਤੂੰ ਭੀਖ ਮੰਗਾਂ ਤਾਂ ਵੀ ਮੇਰਾ ਕੁਝ ਨਹੀਂ ਘਟਦਾ। ਹੁਕਮ ਚਾਹ ਮੈਂ ਭਾਣੇ 'ਚ ਰਹਿਣ ਦਾ ਆਦੇਸ਼ ਹੈ ਮੈਨੂੰ। ਮੈਂ ਤਾਂ ਮੰਨਣਾ ਭਾਣਾ, ਭੀਖ ਮੰਗਾ ਲੈ ਚਾਹੇ ਰਾਜ ਕਰਾ ਲੈ, तू करा लै पर राज मैं करना नहीं। भीख मैं मंगनी नहीं, तू मंगा लै। तेरी मंगाई भीख मंगूंगा, तेरा कराया राज करूँगा। चल छुट्टी, मैं कुछ भी नहीं करना। आप तो मुनकर है सब कुछ करन ते। जिहड़ा खालसा राज करूँगा कित्थे दा करूँगा? नरकां दा करूँगा। नरक आया हा संसार, नरकां दा राज नहीं करीदा हुंदा। राज ਜਿਹੜਾ ਨਰਕ ਦਾ ਰਾਜ ਕਰੂ ਨਰਕ 'ਚ ਰਹੂਗਾ। ਫਿਰ ਉਹ ਵੀ ਨਰਕ 'ਚ ਰਹਿ ਕੇ ਹੀ ਨਰਕ ਦਾ ਰਾਜ ਹੋਊ। ਅੱਗੇ ਫਿਰ ਇੱਛਾ ਉਹਦੀ ਨਰਕ 'ਚ ਰਹਿਣ ਦੀ ਅਗਲੇ ਰਾਜ ਵਾਸਤੇ। ਇਹ ਨਰਕੀ ਕੀੜੇ ਨੇ ਜਿਨ੍ਹਾਂ ਦੇ ਅੰਦਰ ਇਹ ਖਿਆਲ ਪੈਦਾ ਹੁੰਦੇ ਨੇ ਰਾਜ ਕਰੇਗਾ ਖਾਲਸਾ। ਆ ਸੰਸਾਰ ਨਰਕ ਹੈ ਭਵ ਸਾਗਰ। ਇੱਥੇ ਦਾ ਰਾਜ ਨਰਕੀ ਕੀੜਿਆਂ ਦੀ ਇੱਛਾ ਹੋ ਸਕਦੀ ਹੈ, ਜਿਨ੍ਹਾਂ ਦੇ ਅੰਦਰ ਇੱਛਾ ਹੈ ਰਾਜ ਕਰਦੀ। ਨਰਕੀ ਕੀੜੇ ਨੇ, ਇਹ ਤੋਂ ਜ਼ਿਆਦਾ ਬਿਸ਼ਟਾ ਕੇ ਕੀੜੇ ਤੋਂ ਜ਼ਿਆਦਾ ਕੁਛ ਵੀ ਨਹੀਂ ਹਨ। ਉਹ ਬਿਸ਼ਟਾ ਕੇ ਕੀੜੇ ਨੇ, ਬਿਸ਼ਟਾ ਮਾਹੇ ਸਮਾਨੇ। ਇਹ ਤੋਂ ਜ਼ਿਆਦਾ ਕੀ ਨੇ? ਰਾਜ ਤਾਂ ਦੁਨੀਆ ਹੀ ਕਰਦੀ ਹੈ ਸਾਰੀ। ਉਹ ਕਿਹੜੇ ਸਿੱਖ ਨੇ ਜਿਹੜੇ ਪਹਿਲਾਂ ਰਾਜ ਕਰਦੇ ਨੇ? ਉਹ ਸਿੱਖ ਨੇ। ਤੁਸੀਂ ਵੀ ਉਹੋ ਜਿਹੇ ਹੀ ਬਣਨਾ ਚਾਹੁੰਦੇ ਹੋ? ਦੁਨੀਆ ਦਾ ਰਾਜ ਜਿਹੜਾ ਕਰਦੇ ਨੇ ਉਹ ਨਰਕੀ ਕੀੜੇ ਹੁੰਦੇ ਨੇ। ਰਾਜ ਤੋਂ ਨਰਕ ਹੋਰ ਥੱਲੇ ਨੂੰ ਜਾਂਦੇ ਨੇ। ਆਦਮੀ ਦਾ ਜੋ ਨਹੀਂ ਗਾਹ ਮਿਲਦਾ ਹੁੰਦਾ ਉਹਨਾਂ ਨੂੰ ਪਤਾ ਨਹੀਂ ਕਿੰਨੀਆਂ ਪੌੜੀਆਂ ਥੱਲੇ ਡੇ ਪੈਣ, ਕੋਈ ਪਤਾ ਹੀ ਨਹੀਂ ਹੁੰਦਾ। ਹਾਂਜੀ। ਤੂੰ ਹਰ ਭਜ ਮਨ ਮੇਰੇ ਪਦ ਨਿਰਵਾਣ। ਤੂੰ ਹਰ ਭਜ ਮਨ ਮੇਰੇ ਪਦ ਨਿਰਵਾਣ। ਉਹ ਆਪਣੇ ਮਨ ਨੂੰ ਕਹਿੰਦਾ ਤੂੰ ਛੱਡ ਰਾਜਦਾਰ ਭੀਖ ਦਾ ਖਿਆਲ, ਜੋ ਹੋਊਗਾ ਹੁੰਦਾ ਰਹੇ। ਨਾ ਮੈਨੂੰ ਭੀਖ ਮੰਗਣ ਦੀ ਮਤਲਬ, ਨਾ ਮੈਨੂੰ ਰਾਜ ਕਰਨ ਦਾ ਕੋਈ ਮਤਲਬ। ਜੇ ਮੈਂ ਕਰਾਊ ਕਰ ਲਾਂਗੇ। ਜੇ ਜੀ ਜੇ ਅੱਜ ਰਾਜ ਕਰਦਾ ਕੱਲ੍ਹ ਨੂੰ ਭੀਖ ਮੰਗਾਤੀ, ਭੀਮ ਉਹਨਾਂ ਨੇ ਕੀਤੀ ਨਹੀਂ। ਉਹ ਪਾਂਡਵਾਂ ਨੇ ਉਹੀ ਆ, ਰਾਜਿਆਂ ਦੇ ਭੀਖ ਮੰਗਾਤੀ। ਭੀਖ ਮੰਗਾਇਆ ਤੇ ਰਾਜ ਕਰਾ ਲੈਂਦਾ। ਕਿਹੜੇ ਵੇਲੇ ਉਹਨੇ ਭੀਖ ਮੰਗਾ ਲੈਣੀ ਹੈ, ਕਿਹੜੇ ਵੇਲੇ ਰਾਜ ਦੇ ਦੇਣਾ, ਇਹ ਚੀਜ਼ ਦਾ ਖਿਆਲ ਹੀ ਛੱਡੋ। ਉਹ ਮਾਲਕ ਦਾ ਬੌਲਦ ਦਾ, ਚਾਹੇ ਸੁਹਾਗੇ ਨੂੰ ਜੋੜ ਲੈ ਚਾਹੇ ਗੱਡੇ ਨੂੰ ਜੋੜ ਲੈ। ਬੌਲਦ ਕੀ ਕਹਿ ਦੂੰ, ਮੈਂ ਨਹੀਂ ਜੁੜਦਾ, ਮੈਂ ਨਹੀਂ ਚੱਲਦਾ। ਚਾਹੇ ਵਿਹਲਾ ਰੱਖ ਲਵੇ, ਉਹ ਪੱਠੇ ਵਧੀਆ ਪਾ ਦੇਵੇ, ਘਟੀਆ ਪਾ ਦੇਵੇ, ਤੁਰ ਕੇ ਛੱਡ ਦੇਵੇ। ਲੈ ਬਾਈ ਰੱਸਾ ਖੋਲ੍ਹਤਾ ਤੇਰਾ, ਬਥੇਰਾ ਘਾਹ ਫੂਸ ਹੈ, ਚੁੱਕ ਕੇ ਹੀ ਗੁਜ਼ਾਰਾ ਕਰ ਲੈ, ਚੁੱਕ ਕੇ ਹੀ ਕਰ ਲੂ। ਭੀਖ ਮੰਗਾਏ ਚੁੱਕ ਕੇ ਗੁਜ਼ਾਰਾ ਕਰਨ ਵਾਲੀ ਉਹ ਗੱਲ ਹੈ ਵੀ ਰੱਸਾ ਖੋਲ੍ਹਤਾ ਤੇਰਾ, ਜਿੱਥੇ ਕੋਈ ਲੱਭਦਾ ਖਾ ਪੀ ਲੈ। ਚੱਲ ਉਹ ਵੀ ਠੀਕ ਹੈ, ਉਹਨੂੰ ਉਹ ਵੀ ਮੌਜ ਹੈ। ਬੰਦੇ ਨੂੰ ਤਾਂ ਖੁੱਲ੍ਹਾ ਮੌਜ ਹੈ। ਇਹ ਅਵਸਥਾ ਭਗਤਾਂ ਦੀ
ਇਹ ਅਵਸਥਾ ਖਾਲਸੇ ਦੀ। ਜਿਨ੍ਹਾਂ ਦੀ ਇਹ ਅਵਸਥਾ ਨਾ ਉਹ ਮੀਣੇ ਤੇ, ਇਹ ਮੀਣਿਆਂ 'ਚੋਂ ਇਹ ਉਹ ਬੰਦੇ ਬਹਾਦਰ ਦੇ ਸਿੱਖ ਨੇ, ਉਹ ਗੁਰੂ ਦੇ ਨਹੀਂ ਹੈ। ਉਹਦਾ ਬਹਾਦਰ ਸ਼ਾਹ ਉਹਨਾਂ ਦੇ ਔਰੰਗਜ਼ੇਬ ਦੇ ਚੇਲੇ ਨੇ, ਰਾਜ ਉਹ ਕਰਦੇ ਤੇ। ਉਹ ਔਰੰਗਜ਼ੇਬ ਵਾਲੀ ਨਸਲ ਹੈ, ਉਹ ਬਿਰਤੀ ਹੈ ਉਹਨਾਂ ਕੋਲ। ਬਿਰਤੀ ਨਸਲੇ ਹੁੰਦੀ ਹੈ, ਜਾਂ ਜੀ ਬਿਰਤੀ ਹੈ, ਸੁਰਤੀ ਉਹ ਨਸਲ ਹੈ। ਤੂੰ ਹਰ ਭਜ ਮਨ ਮੇਰੇ ਪਦ ਨਿਰਵਾਣ, ਤੂੰ ਹਰ ਭਜ ਮੇਰੇ ਪਦ ਨਿਰਵਾਣ। ਜੇ ਹਰ ਦੇ ਨਾਲ ਜੋੜ, ਆਪਣੇ ਮੂਲ ਨਾਲ ਜੋੜ ਅੰਦਰ ਪਦ ਨਿਰਵਾਣ। ਘਟ ਘਟ ਮੈਂ ਹਰ ਇਹੀ ਪਦ ਨਿਰਵਾਣ ਹੈ। ਇੱਥੇ ਬੋਲਣ ਦੀ ਲੋੜ ਹੀ ਨਹੀਂ, ਚੁੱਪ, ਇੱਥੇ ਸ਼ਾਂਤੀ, ਇੱਥੇ ਕੁਝ ਮੰਗਣ ਦੀ ਲੋੜ ਹੀ ਨਹੀਂ। ਪਦ ਨਿਰਵਾਣ ਹੈ, ਅਰਦਾਸ ਦੀ ਲੋੜ ਹੀ ਨਹੀਂ। ਜਿਹੜੇ ਅਰਦਾਸ ਕਰਦੇ ਨੇ ਉਹ ਤਾਂ ਉਹਨਾਂ ਦਾ ਬਾਣ ਪੁੱਠੀ ਬਾਣ ਹੈ, ਆਦਤ ਪੁੱਠੀ ਹੈ ਉਹਨਾਂ ਦੀ। ਬੇਸੰਤੋਖੇ ਨੇ ਅਰਦਾਸਾਂ ਕਰਨ ਵਾਲੇ, ਸੰਤੋਖ ਨਹੀਂ ਹੈਗਾ। ਪਦ ਨਿਰਵਾਣ ਹੈ, ਸੰਤੋਖ ਜੀ ਨੂੰ ਹੋ ਗਿਆ ਪਦ ਨਿਰਵਾਣ। ਸੰਤੋਖੀ ਨੂੰ ਮੰਗਣ ਦੀ ਕੋਈ, ਸੰਤੋਖੀ ਦੀ ਉਹ ਗੱਲ ਹੈ ਪਦ ਨਿਰਵਾਣ। ਭੀਖ ਮੰਗਾਏ ਤਾਂ ਕਿਆ ਘਟ ਜਾਈ, ਰਾਜ ਦੇ ਕਿਆ ਬੜਾਈ। ਇਹ ਪਦ ਨਿਰਵਾਣ ਹੈ। ਇਹੀ ਪਦ, ਆਪ ਤਾਂ ਕੁਝ ਵੀ ਨਹੀਂ ਮੰਗਿਆ। ਜੇ ਰਾਜ ਤੋਂ ਭੀਖ ਮੰਗਾ ਲੇਗਾ ਤਾਂ ਕੋਈ ਫਰਕ ਨਹੀਂ ਪੈਂਦਾ। ਜੇ ਭੀਖ ਮੰਗਾਉਂਦੇ ਰਾਜ ਕਰਾ ਲੇਗਾ ਤਾਂ ਕੋਈ ਫਰਕ ਨਹੀਂ ਪੈਂਦਾ। ਤੇ ਮੰਗਣ ਨੂੰ ਕੀ ਰਹਿ ਗਿਆ ਫਿਰ? ਹਾਂਜੀ, ਬਹੁਰ ਨਾ ਹੋਏ ਤੇਰਾ ਆਵਣ ਜਾਣ, ਬਾਹਰ ਨਾ ਹੋਏ ਤੇਰਾ ਆਵਣ ਜਾਣ। ਆਏ ਅੱਛਾ, ਪਦ ਨਿਰਵਾਣ ਜੇ ਸੰਤੋਖੀ ਹੈ ਨਾ, ਦੁਬਾਰਾ ਜਨਮ ਨਹੀਂ ਹੁੰਦਾ, ਆਵਣ ਜਾਣ ਨਹੀਂ ਹੁੰਦਾ ਹੈ। ਜੇ ਦੁਬਾਰਾ ਆ ਵੀ ਗਿਆ ਤਾਂ ਮਰਜ਼ੀ ਨਾਲੇ ਆਊਗਾ। ਉਹਨੂੰ ਸਲਾਹ ਨਾਲੇ ਫਿਰ ਆਉਂਦੇ ਹੁੰਦੇ। ਜਿਵੇਂ 10 ਪਾਤਸ਼ਾਹ ਨੂੰ ਕਿਹਾ ਨਾ ਵੀ ਜਾ ਤੂੰ, ਉਹ ਫਿਰ ਸਲਾਹ ਨਾਲੇ ਆਉਂਦਾ ਹੁੰਦਾ। ਆਉਣਾ ਜਾਣਾ ਬੰਦ ਸੀ, ਆਉਣੇ ਜਾਣ ਦੇ ਬੰਦੇ ਆ। ਚਿੱਤ ਨਾ ਪਇਓ ਅਮਰੋ ਆਵਣ ਗਏ। ਉਹ ਤਾਂ ਚਿੱਤ, ਉਹ ਤਾਂ ਉਹਦੀ ਮਰਜ਼ੀ ਦੀ ਗੱਲ ਹੈ ਬਈ, ਮਰਜ਼ੀ ਦੀ ਗੱਲ ਹੈ। ਖਿਡਾਰੀ ਹੈਗਾ ਉਹ ਟੀਮ ਦੇ ਵਿੱਚ, ਪਰ ਅੱਡ ਰੱਖਿਆ ਹੋਇਆ ਵਿਹਲਾ। ਜੇ ਉਹਨੂੰ ਕਹਿ ਤਾ ਵੀ ਚੱਲ ਵੇ ਤੂੰ ਵੀ, ਤਾਂ ਹੁਣਾ ਪੈ ਜਾਊਗਾ। ਨਹੀਂ, ਵਿਹਲਾ ਹੈਗਾ ਹੀ ਹੈ ਤਾਂ ਟੀਮ ਦਾ ਹੀ ਖਿਡਾਰੀ ਹੈ, ਬਰਾਬਰ ਦਾ ਹੀ ਹੈ। ਇੱਕ ਖੇਡ ਰਿਹਾ, ਇੱਕ ਨਹੀਂ ਖੇਡ ਰਿਹਾ, ਇੱਕੋ ਜਿਹੇ ਹੀ ਨੇ ਸਾਰੇ। ਇੱਕ ਉਹਨੇ ਕਿਹਾ ਵੀ ਚੱਲ ਬਈ ਹੁਣ ਤੂੰ, ਉਹ ਖੇਡਣ ਲੱਗ ਗਿਆ ਆ ਕੇ। ਹਾਂ, ਸਭ ਤੈਂ ਉਪਾਈ ਭਰਮ ਭੁਲਾਈ, ਸਭ ਤੈਂ ਉਪਾਈ ਭਰਮ ਭੁਲਾਈ। ਜਿਸ ਤੂੰ ਦੇਵੇਂ ਤਿਸੈ ਬੁਝਾਈ। ਸਾਰੀ ਸ੍ਰਿਸ਼ਟੀ ਤੈਂ ਪੈਦਾ ਕੀਤੀ ਹੈ, ਪੈਦਾ ਵੀ ਕੀਤੀ ਹੈ, ਭਰਮ ਵੀ ਤੈਂ ਭੁਲਾਈ ਹੋਈ ਹੈ। ਸਭ ਤੈਂ ਉਪਾਈ ਭਰਮ ਭੁਲਾਈ, ਭਰਮ ਭੁਲਾਈ। ਇਹ ਜੋ ਸੁਰਤ ਹੈ, ਸੁਰਤ ਕਿਹਨੇ ਪੈਦਾ ਕੀਤੀ ਹੈ? ਸੁਰਤ ਬਾਹਰ ਮੁਖੀ ਆਈ ਹੈ ਹੁਕਮ ਨਾਲ। ਸੁਰਤ ਨਹੀਂ ਆ ਸਕਦੀ ਬਾਹਰ। ਸੁਰਤ ਬਾਹਰ ਆਈ ਹੈ, ਪੈਦਾ ਕੀਤੀ ਹੈ। ਜਦ ਸੁਰਤ ਮਰ ਗਈ ਤਾਂ ਅੰਦਰ ਚਲੀ ਗਈ। ਮੂਹੀ ਸੁਰਤ ਹੈ ਨਾ, ਆਪੇ ਅੰਦਰ ਚਲੀ ਗਈ ਹੈ। ਮਰੀ ਹੋਈ ਅੰਦਰ ਚਲੀ ਜਾਂਦੀ ਹੈ, ਜਮਦੀ ਬਾਹਰ ਆ ਜਾਂਦੀ ਹੈ। ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ। ਹਾਂ, ਚੁਭੀ ਰਹੀ ਸੁਰਤ ਪ੍ਰਭ ਚਰਨਨ। ਪ੍ਰਭ ਚਰਨ ਦੇ ਵਿੱਚ ਅੰਦਰ ਹੁੰਦੀ ਹੈ ਨਾ, ਚੁਭੀ ਹੋਈ। ਅੰਤਰਮੁਖੀ ਹੈ, ਮਰੀ ਹੋਈ ਹੈ, ਬਾਹਰ ਮੁਖੀ ਹੈ। ਉਪਾਈ ਹੈ, ਸਭ ਤੈਂ ਉਪਾਈ ਭਰਮ ਭੁਲਾਈ। ਜੇ ਤਾਂ ਭਰਮ ਭੁਲਾਈ ਹੋਈ ਹੈ, ਜਿਹੜੀ ਭਰਮ ਭੁਲਾਈ ਨਹੀਂ, ਉਹ ਫਿਰ ਕੀ ਕਰਦੀ ਹੈ? ਜਿਸ ਤੂੰ ਉਹ ਕਹਿੰਦਾ ਦੇਖਣ ਆਇਓ ਜਗਤ ਤਮਾਸ਼ਾ। ਆ ਤਾਂ ਉਹ ਵੀ ਗਿਆ ਬਾਹਰ, ਪਰ ਪਹਿਲਾਂ ਹੀ ਕਹਿ ਕੇ ਆਇਆ ਵੀ ਮੈਂ ਤਾਂ ਦੇਖਣ ਚੱਲਿਆ। ਉਹ ਤਾਂ ਪਹਿਲਾਂ ਜਾਣਦਾ ਹੀ ਸੀ। ਉਹ ਤਾਂ ਉੱਥੇ ਗੱਲਬਾਤ ਪਹਿਲਾਂ ਹੀ ਹੋ ਲਈ ਸੁਰਤ ਬਾਹਰ ਆਉਣ ਤੇ। ਵੀ ਪੰਥ ਚਲੇ ਤਬ ਜਗਤ ਮੈਂ, ਜਬ ਤੁਮ ਕਰੋ ਸਾਹਿਬ। ਆਪਣੀ ਜ਼ਿੰਮੇਵਾਰੀ ਹੈ ਤੇਰੀ। ਜੇ ਆਪਣੀ ਜ਼ਿੰਮੇਵਾਰੀ ਤੇ ਆ ਜਾਂਦਾ ਮੈਂ ਚਲਾਉਂਗਾ, ਫਿਰ ਭਰਮ ਭੁਲਾਈ ਸੀ। ਜੇ ਕਹਿੰਦਾ ਹਾਂ ਚਲੋ ਮੈਂ ਚਲਾਉਂਗਾ, ਫਿਰ ਭਰਮ ਭੁਲਾਈ ਸੀ। ਭਰਮ ਭੁਲਾਉਣ ਵਾਲੀ ਗੱਲ ਕੀਤੀ, ਪਰ ਉਹ ਸਮਝ ਗਿਆ ਭਰਮ ਭੁਲਾਉਣ ਵਾਲੀ ਗੱਲ ਹੈ। ਵੀ ਪੰਥ ਚਲਾ ਤੇ ਬਣਾ ਨਹੀਂ ਚੱਲਣਾ। ਉਹਨੇ ਕਹਾ ਵੀ ਫੂਕ ਹੈ ਇਹ ਫੂਕ ਮੈਨੂੰ ਨਹੀਂ ਚਾਹੀਦੀ। ਸਮਝਿਆ ਨਹੀਂ?
ਇਹ ਫੂਕ ਨਹੀਂ ਚਾਹੀਦੀ, ਇਹ ਫੂਕ 'ਚ ਪਰ ਭਲਾਈ ਸੀ ਨਾ। ਉਹ ਤੇਰੇ ਵਰਗਾ ਨਹੀਂ ਹੋਰ ਕੋਈ, ਇਹ ਵੀ ਫੂਕ ਹੈ। ਉਹ ਸਮਝ ਜਾਵੇ ਤਾਂ ਫੂਕ ਦਿੰਦੇ ਨੇ ਹੁਣ ਮੈਨੂੰ, ਵੀ ਦੇਖਦੇ ਨੇ ਵੀ ਫੂਕ। ਉਹ ਕਹਿੰਦਾ ਇਹ ਰਹਿਣ ਦੋ, ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾय। ਪਰ ਬਚਨ ਕਹਾ ਸਿਰ ਨਿਆਏ ਵੀ ਨਾਲ ਹੈ। बचन करा सर ने। हाँ, वचन करा सर न्याय, पंथ चला तब जगत में जब तुम करो सा। चल सकता है पंथ तां चलूगा, चला है तां चलूगा जब तुम करो सा। उन्होंने जोड़ लिया मूहरे, उन्होंने जोड़ लिया, मगर गड्ढे नूं मगर धक्का बुलाई जाना। मगर तो जिन्ना मर्जी लावे, मगर वाली तो मर्जी होंदी है। रेल दे इंजन कोई मगरों धक्का लावे, वो किहड़ा मगरले धक्के ने चलना है। हाँ, जिस तू देवें तिसे बुझाई। जे तू देवें तिसे बुझाई, जिन्हों तू दे देवें, की दे देवें? सोझी। तिसे बुझाई, जिन्हों तू सोझी दे देवें, ओनू समझाई है गलती मैं की कही है। आ जिहड़ी पिछे गल कहती ना, सब तिसे सब तैं उपाई भरम भलाई। आ जिहड़ी गल कही है, ਇਹਦੀ ਸਮਝ नहीं कहते लगनी मैं की कहती। सब तैं उपाई भरम भलाई। सब तैं उपाई, ये तो पैदा ही नहीं होंगी, आत्मा तो पैदा ही नहीं होंगी। फिर की पैदा किया? जे माया पैदा की है तो माया भरम नहीं भुल सकती, चेतन है नहीं, जड़ है। ये नहीं समझ आनी गल की है। आत्मा उपाई नहीं जा सकती, आत्मा पैदा नहीं की जा सकती, सुरते उपाई है। बस सुर तो पाई है, आत्मा तो पैदा नहीं की जा सकती। पैदा फिर की कीता? बाहें की है बस। वो जी श्री चांदी बाहें ना उत्ते नूं कीती हुई, वो सुरते है, और कुछ नहीं है। सुरते मरती है, सुरते मरती है। सब तैं उपाई भरम जो पैदा हो जाए तो मरू, जो उपजा सो बिरसा मरना उसने जो पैदा होया, जो पैदा हुई है मर। देखो आप मरन का आपको पता है, मूही सुरत पैदा हुई भी यही है। फिर ये तो इधर जाना है। हुण पैदा नहीं कितने लिखा होया, पैदा इत्थे लिखा होया, उपाई इत्थे लिखा होया। पैदा नहीं होंदी उपाई भी, उपाई का अर्थ पैदा नहीं होंदा। उपर आ गई, आहो उपर आ गई, बाहर आ गई सुरत। उपाई उपर आ गई, वो मखनी जिवें उपर आ जाती है, वो लस्सी दे मखनी उपर नहीं आ जाती, दुध तो क्रीम उपर आ जाती है। आ क्रीम उपर आ गई, होर खानी की आ गया। उपाई लफ्ज़ हैगा, उपाई का पैदा नहीं होंदा हुंदा। उपर आ गई, पहला ही हैगी है, जिहड़ी चीज़ पहला ही है वही उपर आई है। दुध मखण पहला ही है विच, दूध में घीया हैगा, पैदा नहीं कीता, पहला ही है विच। उपर आ गया, हो दिखण लग गया वखरा, सुरत दिखण लग गई बाहर। हाँ, जिस तू देवें तिसे बुझाई। जिस तू देवें तिसे बुझाई, जिसनों देवें की देवें? सोझी देवें तिसे बुझाई। जिसनों देवें तू सोझी यदि ओनू पता लग्या कि मैं की कहता। सतगुर मिले तो सहसा जाई। सतगुर मिले, सच का ज्ञान मिले तो चिंता दूर होवे। सतगुर मिले तो सहसा जाई। सहसा हुण कहदा इत्थे, सहसा किवें आ वड़िया? सहसा किहड़े राह वड़िया? इस अवस्था जाके इत्थे जे ना पता लग्या ना, फिर सहसा है। जे मिली नहीं, जे ए अर्थ नहीं मिले, फिर सहसा। जे बुझ ना आई, जे बुझ नहीं गई, फिर सहसा। जिन्ना चर बुझ नहीं होंदी, व्याकुल हो जाऊगा। जे बुझारत रह गई, उन्ना चर व्याकुल हो जाऊगा। जिन्ना चर ਇਹਦਾ जवाब नहीं मिलता, उन्ना चर फिर चैन ना नहीं बैठ सकता। सहसा पैदा हो गया भी ये की गल है, की चीज़ हो भाई? आत्मा तो पैदा नहीं की जा सकती, किते आत्मा का ही उन्हें ख्याल कर लिया पैदा की है। दुविधा खड़ी होगी ना, दुविधा व्यापा
ਬਸ ਸਾਰੇ ਰੋਗ ਖੜੇ ਹੋ ਜਾਣਗੇ ਤੇ ਸਹਿਸਾ ਫਿਰ ਪੈਦਾ ਹੋ ਜਾਊਗਾ ਆ ਕੇ। ਪੈਰ ਤੇ ਸਹਿਸਾ ਪੈਦਾ ਹੋ ਜਾਂਦਾ, ਇੱਥੇ ਸਹਿਸਾ ਪੈਦਾ ਹੋ ਜੂ। ਕਰ ਲਓ ਜਿੰਨਾ ਮਰਜ਼ੀ ਹੈ ਗਿਆਨ ਤੁਹਾਡੇ ਕੋਲ, ਨਿਕਲ ਨਹੀਂ ਸਕਦਾ। ਉੱਥੇ ਇੱਕ ਬੂੰਦ ਇਹੀ ਹੈ, ਉਹ ਜਿਹੜਾ ਰਕਤ ਬੀਜ ਹੈ ਭਰਮ ਗਿਆਨ। ਜੇ ਤੱਕ ਸੌਣ ਕੀ ਬੂੰਦ ਗਿਰੇ ਰਣ ਤੇ ਤੱਕ ਸੌਣਤ ਬਿੰਦ ਹੋਏ ਤਾਏ। ਉੱਡਾ ਹੀ ਭਰਮ ਪੈਦਾ ਹੋ ਗਿਆ, ਇੱਕ ਗੱਲ ਨਾਲ ਉੱਡਾ ਹੀ ਭਰਮ ਪੈਦਾ ਹੋ ਗਿਆ ਜਿੱਡਾ ਪਹਿਲਾਂ ਸੀ। ਜੇ ਉਪਾਈ ਯਾਰ ਪਤਾ ਨਹੀਂ ਨਾ ਲੱਗਿਆ ਕੀ ਉਪਾਈ ਕੀ ਬੁਝਾਈ, ਬਸ ਫੇਰ ਉਹ ਜਾਈ ਉੱਡਾ ਹੀ ਸ਼ੰਕਾ ਪੈਦਾ ਹੋ ਗਈ ਵੀ ਕਦੇ ਆਤਮਾ ਪੈਦਾ ਤਾਂ ਨਹੀਂ ਹੁੰਦੀ, ਆਤਮਾ ਤਾਂ ਪੈਦਾ ਕੀਤੀ ਨਹੀਂ। ਇੱਥੇ ਆਤਮਾ ਪੈਦਾ ਹੋਣ ਦੀ ਗੱਲ ਹੈ। ਉਪਾਈ ਲਫ਼ਜ਼ ਵਰਤਤਾ ਨਾ, ਖਿੰਚ ਤੇਜ ਜਬ ਲੀਨਾ, ਉਹ ਹੈ ਜੇ ਖਿੱਚਿਆ ਤੇਜ ਸੁਰਤੇ ਖਿੱਚੀ ਹੈ ਪਿੱਛੇ, ਉਹ ਤੇ ਤੇਜ ਕਹਿੰਦਾ ਸੁਰਤ ਨੂੰ। ਧਿਆਨ ਕੇਸ ਗਾ ਪਟ ਕੇ ਵੀ ਕਹਿਤਾ, ਹਾਂ ਕੇਸ ਗਾ ਪਟ ਕੇ ਵੀ ਕਿਹਾ। ਇੱਕ ਅੱਖਰ ਦੇ ਵੀ ਨਾ ਤੋਂ ਸਾਰਾ ਹੀ ਭਰਮ ਉੱਡਾ ਹੀ ਪੈਦਾ ਹੋ ਜਾਂਦਾ। ਹਾਂਜੀ, ਕਿਸੋਂ ਪੂਜੂ ਦੂਜਾ ਨਜ਼ਰ ਨਾ ਆਈ। ਕਿਸੋਂ ਪੂਜੂ ਦੂਜਾ ਨਜ਼ਰ ਨਾ ਆਈ। ਮੈਂ ਪੂਜਾ ਕਿਹਦੀ ਕਰਾਂ, ਦੂਜਾ ਕੋਈ ਹੈ ਹੀ ਨਹੀਂ। ਕਿਸੋਂ ਪੂਜੂ ਦੂਜਾ ਨਜ਼ਰ ਨਾ ਆਈ। ਇਹ ਤਾਂ 33 ਕਰੋੜ ਦੇਵਤਾ, ਤਿੰਨ ਤਾਂ ਹੈਗੇ ਨੇ, ਬ੍ਰਹਮਾ ਵਿਸ਼ਨੂੰ ਸ਼ਿਵ ਜੀ। ਮੰਨਦੇ ਵੈਸੇ ਉਹ ਵੀ ਇੱਕੇ ਨੇ। ਸ਼ਿਵ ਜੀ ਵਾਲੇ ਵਿਸ਼ਨੂੰ ਨਾਲ ਬ੍ਰਹਮਾ ਨੂੰ ਨਹੀਂ ਮੰਨਦੇ, ਵਿਸ਼ਨੂੰ ਵਾਲੇ ਬ੍ਰਹਮਾ ਨੂੰ ਔਰ ਸ਼ਿਵ ਜੀ ਨੂੰ ਨਹੀਂ ਮੰਨਦੇ, ਉਹ ਵੀ ਇੱਕ ਨੂੰ ਹੀ ਮੰਨਦੇ। ਉਹ ਕਹਿੰਦੇ ਦੂਏ ਦੋ ਡੁਪਲੀਕੇਟ ਨੇ, ਇੱਕੋ ਹੀ ਹੈ। ਹਾਂਜੀ, ਕਿਸੇ ਪੂਜੂ ਦੂਜਾ ਨਜ਼ਰ ਨਾ ਆਈ। ਦੂਸਰਾ ਤਾਂ ਐਸਾ ਕੋਈ ਹੈ ਹੀ ਨਹੀਂ, ਮੈਂ ਪੂਜਾਂ ਕਿਹਨੂੰ। ਹਾਂ, ਇੱਕ ਹੈ ਪਾਥਰ ਕੀਜੈ ਭਾਉ, ਦੂਜੇ ਪਾਥਰ ਧਰੀਏ ਪਾਉ। ਜੇ ਉਹ ਦਿਓ ਤਾਂ ਉਹ ਪੀ ਦੇਵਾ। ਇੱਥੇ ਪੱਥਰ ਦੋ ਆ ਗਏ। ਮੈਂ ਪੂਜਾ ਇੱਕ ਦੀ ਕਰਨੀ ਸੀ, ਇੱਥੇ ਤਾਂ ਦੋ ਨੇ। ਇੱਕ ਪੱਥਰ ਤਾਂ ਉਹ ਹੈ ਜਿਹਦੇ ਤੇ ਅਸੀਂ ਸ਼ਰਧਾ ਕਰਦੇ ਹਾਂ, ਸ਼ਰਧਾ ਕਰੀ ਬੈਠੇ ਨੇ ਲੋਕ। ਇੱਕ ਪੱਥਰ ਉਹ ਹੈ ਜਿਹੜਾ ਪੌੜੀਆਂ ਤੇ ਜਾਂ ਪਹਾੜਾਂ ਦੇ ਉੱਤੇ ਚੜ੍ਹ ਕੇ ਜਾਂਦੇ ਨੇ, ਉਹ ਵੀ ਪੱਥਰ ਨੇ, ਪਹਾੜਾਂ ਦੇ ਚੜ੍ਹ ਕੇ ਜਾਂਦੇ। ਦੇਵੀ ਦੇਵਤਾ ਅੱਗੇ ਹੈ, ਉਹ ਵੀ ਪੱਥਰ ਹੈ, ਉਹ ਵੀ ਪੱਥਰ ਹੈ। ਕਿਹੜੇ ਪੱਥਰ ਤੇ ਭੌ ਕਰੀਏ, ਕਿਹੜੇ ਤੇ ਅਸੀਂ ਨਾ ਕਰੀਏ। ਇਹਦੇ ਤੇ ਪੈਰ ਕਿਵੇਂ ਧਰੀਏ, ਇਹਦੀ ਵੀ ਮੂਰਤੀ ਬਣ ਸਕਦੀ ਹੈ। ਹਰ ਪੱਥਰ 'ਚ ਮੂਰਤੀ ਹੈ, ਹਰ ਪੱਥਰ ਦੇ ਵਿੱਚ ਮੂਰਤੀ ਹੈ, ਹਰ ਪੱਥਰ 'ਚ ਮੂਰਤੀ ਬਣ ਸਕਦੀ ਹੈ। ਛੋਟੇ 'ਚੋਂ ਛੋਟੀ, ਬੜੇ 'ਚੋਂ ਬੜੀ। ਕਿਸੇ ਪੱਥਰ ਤੇ ਪੈਰ ਨਹੀਂ ਧਰ ਸਕਦੇ। ਜੇ ਉਹ ਦਿਓ ਤਾਂ ਉਹ ਭੀ ਦੇਵਾ। ਜੇ ਉਹ ਦਿਓ ਹੈ ਨਾ ਮੂਰਤੀ, ਤਾਂ ਸਾਰਾ ਪੱਥਰ ਪੇ ਪਹਾੜ ਦੇਵਾ ਹੀ ਹੈ। ਫਿਰ ਕਿਸੇ ਪੱਥਰ ਤੇ ਪੈਰ ਨਹੀਂ ਧਰਿਆ ਜਾ ਸਕਦਾ, ਫਿਰ ਜ਼ਮੀਨ ਤੇ ਪੈਰ ਨਹੀਂ ਧਰਿਆ ਜਾ ਸਕਦਾ। ਬਹੁਤ ਤਕੜੀ ਦਲੀਲ ਹੈ, ਤਕੜੀ ਦਲੀਲ। ਸੁਪਰੀਮ ਕੋਰਟ ਦੇ ਵਕੀਲਾਂ ਵਾਲੀ ਦਲੀਲ ਹੈ। ਦੱਸੋ ਕਿਵੇਂ ਪੈਰ ਧਰੋਗੇ। ਪਰ ਉਹ ਕਿਹੜਾ ਸੁਣਦੇ ਨੇ ਇਹਨਾਂ ਗੱਲਾਂ ਨੂੰ, ਕੀ ਸਮਝਦੇ ਨੇ ਉਹ ਨਹੀਂ। ਪਰ ਇਹ ਸਮਝਦੇ ਧਰਮ ਦੇ ਖੇਤਰ ਤਾਂ ਸੱਚ ਦਾ ਮਤਲਬ ਹੀ ਨਹੀਂ ਕੋਈ। ਝੂਠ ਚੱਲਦਾ ਇੱਥੇ, ਸੱਚ ਦਾ ਕੀ ਕੰਮ। ਸੱਚ ਤਾਂ ਇਹ ਕਹਿ ਰਿਹਾ ਨਾ, ਸੱਚ ਤਾਂ ਇਹ ਕਹਿ ਰਿਹਾ। ਤਰਕ ਦਾ ਜਵਾਬ ਕੋਈ ਨਹੀਂ ਕਰਨਾ, ਇਹੀ ਹੈ। ਤੇ ਕਰਨਾ ਹੀ ਆ, ਡੁੱਬਣਾ ਵੀ ਤੁਸੀਂ ਹੋ। ਫਿਰ ਜੇ ਜਾਣਾ ਉਲਟਾ, ਡੁੱਬਣਾ ਵੀ ਤੁਸੀਂ ਹੈ, ਬਚਣਾ ਵੀ ਤੁਸੀਂ ਹੈ ਨਹੀਂ। ਜੇ ਕੋਈ ਬਚਣਾ ਚਾਹੁੰਦਾ ਹੀ ਨਹੀਂ, ਉਹਨੂੰ ਬਚਾਊ ਕੌਣ। ਸੰਸਾਰ ਦਾ ਇਹ ਹਾਲ ਹੈ ਕਿ ਇੱਥੇ ਬਚਣਾ ਚਾਹੁੰਦਾ ਹੀ ਨਹੀਂ ਕੋਈ ਭਵ ਸਾਗਰ 'ਚ। ਸਾਰੇ ਡੁੱਬਣਾ ਹੀ ਚਾਹੁੰਦੇ ਨੇ। ਜਿਹੜਾ ਧਰਮ ਇਹਨਾਂ ਦਾ ਮੰਨਿਆ ਹੋਇਆ, ਇਹ ਸਾਰਾ ਪਖੰਡਵਾਦ ਹੈ। ਅਸਲ 'ਚ ਧਰਮ ਤਾਂ ਸੰਸਾਰੀ ਦੁੱਖਾਂ ਨੂੰ ਸੁੱਖਾਂ 'ਚ ਬਦਲਣ ਵਾਸਤੇ ਇਹਨਾਂ ਨੇ ਮੰਨਿਆ ਹੋਇਆ। ਸੰਸਾਰੀ ਦੁੱਖ ਨਾ ਸਾਨੂੰ ਮਿਲਣ, ਸੁੱਖ ਮਿਲਣ, ਬਸ। ਕਹੇ ਨਾਮ ਦਿਓ ਹਮ ਹਰ ਕੀ ਸੇਵਾ। ਕਹੇ ਨਾਮ ਦਿਓ ਹਮ ਹਰ ਕੀ ਸੇਵਾ।
ਨਾਮਦੇਵ ਕਹਿੰਦਾ ਜੇ ਇਹ ਦੇਵ ਹੈ ਪੱਥਰ ਤਾਂ ਉਹ ਵੀ ਦੇਵ ਹੈ, ਸਾਰੇ ਹੀ ਪੱਥਰਾਂ 'ਚ ਦੇਵਤਾ ਹੈ। ਇਸ ਕਰਕੇ ਅਸੀਂ ਪੱਥਰ ਦਾ ਛੱਡ ਕੇ ਹਰ ਕੀ ਸੇਵਾ 'ਚ ਪੈ ਗਏ। ਕਹਿੰਦੇ ਨਾ ਹਰ ਕੀ ਸੇਵਾ। ਅਸੀਂ ਚੇਤਨ ਨਾਲ ਜੁੜੇ ਹਾਂ, ਜੜ ਨਾਲ ਜੁੜੇ ਹੀ ਨਹੀਂ। ਜੋ ਜੜ ਹੈ ਨਾ ਉਹਦੇ ਨਾਲ ਨਹੀਂ ਅਸੀਂ ਜੁੜੇ, ਚੇਤਨ ਨਾਲ ਜੁੜੇ ਹਾਂ। ਹਰ ਘਟ ਘਟ ਮੈਂ ਹਰਜੂ ਬਸਾ, ਜਿਹੜਾ ਆਪਣਾ ਮੂਲ ਹਰ ਹੈ। ਅਸੀਂ ਤਾਂ ਉਹਦੇ ਤਨ ਮਨ ਧਨ ਉਹਨੂੰ ਅਰਪਿਆ ਹੋਇਆ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਭਾਈ ਹੈ। ਉਹਦੇ ਨਾਲ ਜੁੜਿਆ, ਉਹਦੀ ਸੇਵਾ ਕੀਤੀ ਹੈ, ਉਹਨੂੰ ਸਮਝਿਆ, ਉਹਦਾ ਹੁਕਮ ਮੰਨਿਆ, ਉਹਦੇ ਪਾਣੇ ਚੱਲਦੇ ਆ, ਉਹਦੇ ਪਾਣੇ 'ਚ ਚੱਲੇ ਆ, ਉਹਦੇ ਪਾਣੇ 'ਚ ਚੱਲਣ ਦਾ ਹੀ ਉਪਦੇਸ਼ ਦੇ ਰਹੇ ਹਾਂ। ਹਮ ਬਹੁਵਚਨ, ਹਮ ਹਰ ਕੀ ਸੇਵਾ, ਕੱਲਾ ਨਹੀਂ ਮੈਂ ਹਰ ਕੀ ਸੇਵਾ ਨਹੀਂ ਲਿਖਿਆ, ਹਮ ਹਰ ਕੀ ਸੇਵਾ ਲਿਖਿਆ। ਸਾਰੇ ਭਗਤ ਜਿਹੜੇ ਗੁਰਮੁਖ ਨੇ, ਗੁਰਸਿੱਖ ਨੇ, ਉਹਨਾਂ ਦੀ ਇਹ ਸੇਵਾ, ਮਨਮੁਖਾਂ ਦੀ ਜੜ ਵਸਤੂ ਦੀ ਸੇਵਾ। ਉਹ ਜੜ ਵਸਤੂ ਦੀ ਸੇਵਾ, ਉਹਨਾਂ ਨੇ ਪੱਥਰੋਂ ਦੇ ਮੰਨਿਆ, ਇਹਨੇ ਹਰ ਨੂੰ ਦੇ ਮੰਨਿਆ। ਹਾਂ, ਇਹਨਾਂ ਨੇ ਹਰ ਨੂੰ ਦੇ ਮੰਨਿਆ। ਅੰਤਰ ਦੇਵ ਨਾ ਜਾਣੇ ਅੰਧ। ਹੁਣ ਉਹ ਅੰਤਰ ਦੇਵ ਵਾਲੀ ਗੱਲ ਫਿਰ ਛੱਡਤੀ ਸਿੱਖਾਂ ਨੇ, ਫਿਰ ਬਾਹਰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਪੱਕੀ ਨਹੀਂ ਹੋਈ, ਪਰ ਹਮਲਾ ਪਹਿਲਾਂ ਹੀ ਹੋ ਗਿਆ ਇਹਨਾਂ 'ਤੇ। ਜਿਹੜੇ ਬਣਾ ਰਹੇ ਤੇ ਨਾ ਮੀਣੇ ਆਏ ਸੀ, ਵਾਹਿਗੁਰੂ ਵਾਹਿਗੁਰੂ ਵਾਲੇ ਸਾਰੇ ਮੀਣਿਆਂ ਦਾ ਹੀ ਪ੍ਰਚਾਰ ਹੈ, ਪੱਕਾ ਨਹੀਂ ਸੀ ਹੋ ਸਕਿਆ, ਹਮਲਾ ਪਹਿਲਾਂ ਹੀ ਹੋ ਗਿਆ ਇਹਨਾਂ 'ਤੇ। ਹੁਣ ਚੁੱਪ ਹੋ ਜਾਣਗੇ, ਤੁਸਤ ਹੋ ਜਾਣਗੇ, ਇਹਨਾਂ ਦਾ ਸਭ ਕੁਝ ਤੁਸਤ ਹੈ। ਕੌਣ ਮੀਡੀਆ ਨਾ, ਉਹ ਉਦੋਂ ਮੀਡੀਆ ਹੈ ਨਹੀਂ ਸੀ 300 ਸਾਲ ਪਹਿਲਾਂ ਇੰਨਾ ਦੂਰ ਦੂਰ ਤੱਕ। ਹੁਣ ਮੀਡੀਆ ਹੈ, ਮੀਡੀਆ 'ਚ ਫਿਰ ਲੋੜ ਵੀ ਹੈ ਸੰਸਾਰ ਦੀ। ਇਹਨਾਂ ਨੇ ਅੱਤ ਵੀ ਬਹੁਤ, ਖੁਦ ਹੀ ਖੁਦਾ ਦਾ ਬੈਰ ਹੁੰਦਾ ਹੈ। ਖੁਦ ਹੀ ਇੰਨੀ ਵੱਧ ਗਈ ਕਿ ਖੁਦਾਈ ਨੂੰ ਕੁਝ ਕਰਨਾ ਹੀ ਪਊ। ਹੁਣ ਖੁਦ ਹੀ ਇੰਨੀ ਵੱਧ ਚੁੱਕੀ ਆ, ਖੁਦਾਈ ਨੂੰ ਕੁਝ ਹਿਲਚੁਲ ਕਰਨੀ ਪੈਣੀ ਆ। ਕੀਤੀ ਹੋਈ ਹੈ ਹਿਲਚੁਲ, ਤਾਂ ਇਹਨਾਂ ਨੂੰ ਵੀ ਪਤਾ ਲੱਗ ਜੂਗਾ, ਹੋਰ 5-4 ਸਾਲ ਨੂੰ ਲੱਗ ਜੂ।